ਜਿਹੜਾ ਹੱਕ ਭੈਣਾਂ ਦਾ ਨਹੀਂ ਤੁਸੀਂ ਦਿੰਦੇ, ਉਹ ਉਹਦੀ ਵਜ੍ਹਾ ਇਹ ਬਣਦੀ ਪਤਾ ਲੱਗਾ ਹੈ ਕਿ ਤੁਸੀਂ ਰਲ ਕੇ ਮਾਂ ਬਾਪ ਧੀਆਂ ਨੂੰ ਦਬਾਉਂਦੇ ਜੇ ਕਿ ਜੇ ਤੁਸੀਂ ਹਿਸਾਬ ਮੰਗੋਗੀਆਂ ਤੇ ਤੁਹਾਡੇ ਭਾਈਆਂ ਨੇ ਤੁਹਾਡੇ ਦਰਵਾਜ਼ੇ 'ਤੇ ਮਿਲਣ ਨਹੀਂ ਆਉਣਾ, ਤੁਹਾਨੂੰ ਈਦ ਦੀ ਸ਼ੁਭਰਾਤ ਵੀ ਉਹਨਾਂ ਕੋਈ ਨਹੀਂ ਦੇਣੀ, ਤੁਹਾਡੇ ਮਰਨੇ ਜੀਣਾ ਛੱਡ ਦੇਣਾ ਹੈ ਅਤੇ ਬੇਟਾ ਤੁਸੀਂ ਧੀਏ ਨਾ ਲਵੋ ਹਿੱਸਾ। ਉਹ ਮਜਬੂਰ ਹੋ ਜਾਂਦੀਆਂ ਰੋਂਦੀਆਂ ਵੀ ਸਾਡਾ ਹੱਕ ਖਾਣਾ ਆਬਾ ਅਤੇ ਸਾਨੂੰ ਕੀ ਮਸਲੇ ਕਰਦਾ ਵਾ ਸਾਡੇ ਨਾਲ। ਉਹ ਮਜਬੂਰ ਹੋ ਜਾਂਦੀਆਂ ਵਿਚਾਰੀਆਂ, ਉਹ ਕੀ ਤੁਹਾਡੇ ਨਾਲ ਲੜਾਈ ਕਰਨ, ਤੁਹਾਡਾ ਝਗੜਾ ਕਰਨ, ਇਹ ਤੁਹਾਨੂੰ ਆਪ ਨੂੰ ਚਾਹੀਦਾ ਇਨਸਾਫ ਕਰਨਾ। ਇੰਜ ਨਾ ਦਬਾਓ, ਇੰਜ ਨਾ ਦਬਾਓ, ਜਿਹੜੇ ਸਾਰੀ ਜ਼ਿਆਦਾ ਬੇਟਿਆਂ ਦੇ ਦਿੱਤੀ ਉਹ ਜਿਹੜੀਆਂ ਦੂਸਰੀਆਂ ਧੀਆਂ ਉਹਨਾਂ ਦਾ ਕੀ ਬਣੇਗਾ? ਕੀ ਉਹ ਉਹਨਾਂ ਦੀ ਜਾਨ ਨਹੀਂ, ਉਹਨਾਂ ਦੇ ਬੇਟੀਆਂ ਬੇਟੇ ਨੇ, ਉਹਨਾਂ ਦਾ ਖਾਮਦ ਕੀ ਆਖਣਗੇ? ਉਹਨਾਂ ਦੇ ਖਾਮਦ ਕੀ ਆਖਣਗੇ ਕਿ ਤੁਹਾਡੇ ਵਾਲਦਿਆਂ ਨੇ ਤੁਹਾਡਾ ਹੱਕ ਖਾ ਲਿਆ। ਉਹਨਾਂ ਨੂੰ ਅੱਗੇ ਉਹਨਾਂ ਨੂੰ ਚੰਗਾ ਸਮਝਣਗੇ ਸਿਰਫ ਤੁਹਾਡੀ ਵਜ੍ਹਾ ਤੋਂ। ਤੁਸੀਂ ਉਹਨਾਂ ਹੱਕ ਦਿਓ, ਆਪੇ ਉਹਦਾ ਜਿਹੜਾ ਘਰ ਦਾ ਖਾਮਦ ਉਹ ਵੀ ਅੱਛਾ ਸਮਝੇ, ਤੇਰੇ ਮਾਂ ਬਾਪ ਨੇ ਤੈਨੂੰ ਆਪਣੀ ਜਾਇਦਾਦ ਹਿੱਸਾ ਜਿਹੜਾ ਬਣਦਾ ਦੇ ਦਿੱਤਾ, ਸ਼ਾਬਾਸ਼ ਉਹਨਾਂ ਦੀ, ਉਹ ਸ਼ਾਬਾਸ਼ ਦੇਣਗੇ ਤੁਹਾਨੂੰ। ਅਤੇ ਜੇ ਤੁਸੀਂ ਨਾ ਦਿਓ ਉਹਨੇ ਤੁਹਾਨੂੰ ਸ਼ਾਬਾਸ਼ ਨਹੀਂ ਦੇਣੀ, ਬਲਕਿ ਤੁਹਾਡੀ ਬੱਚੀ ਨੂੰ ਤੰਗ ਕਰਨਗੇ, ਤੁਹਾਡੀ ਜਵਾਈ ਉਹਨੇ ਕਹਿਣਾ ਤੇਰਾ ਮਾਂ ਬਾਪ ਤੇਰਾ ਹੱਕ ਖਾ ਗਿਆ। ਇਹੋ ਜਿਹੇ ਰਸਤੇ ਆਪਣੇ ਨਾ ਬੰਦ ਕਰੋ, ਮਿਲਣ ਵਾਲੇ ਇਹ ਰਸਤੇ ਖੋਲ੍ਹ ਕੇ ਰੱਖੋ, ਮਿਲਣ ਵਾਲੇ ਮੁਲਾਕਾਤ ਦੇ ਰਸਤੇ ਨੂੰ ਬੰਦ ਨਾ ਕਰੋ। ਆਹ ਜਿਹੜੀਆਂ ਭੈਣਾਂ ਵਾ ਜਿਹਨਾਂ ਨੂੰ ਹਿੱਸਾ ਨਹੀਂ ਮਿਲਦਾ, ਉਹ ਗਰੀਬਣੀਆਂ ਕਿਰਾਏ 'ਤੇ ਧੱਕੇ ਖਾਂਦੀਆਂ ਫਿਰਦੀਆਂ, ਮਕਾਨ ਉਹਨਾਂ ਨੂੰ ਲੱਭਦਾ ਨਹੀਂ, ਕਿਰਾਇਆ ਦੇ ਨਹੀਂ ਸਕਦੀਆਂ, ਨਿੱਕੇ ਨਿੱਕੇ ਬੱਚੇ ਦਿੱਲੋਂ ਖੁਆਰ ਹੁੰਦੇ ਫਿਰਦੇ ਆ, ਅਤੇ ਉਹਨਾਂ ਨੂੰ ਖਾਣ ਪੀਣ ਵੀ ਭੁੱਲਾ ਵਗਾਉਂਦੀਆਂ, ਘਰਾਂ 'ਚ ਕੁੱਪਾਤ ਲੜਾਈਆਂ ਫਸਾਦ। ਅਤੇ ਜਿਹੜਾ ਬੇਟਾ ਆ ਉਹ ਆਪਣੇ ਕੋਠੀਆਂ ਪਾ ਕੇ ਅਤੇ ਟਾਇਲ ਪੱਥਰ ਲਾ ਕੇ ਅਤੇ ਆਪਣੇ ਮਜ਼ੇ ਨਾਲ ਰਹਿੰਦੇ ਆ। ਜਾਂ ਜੇ ਉਹਨਾਂ ਨੂੰ ਹਿੱਸਾ ਵੀ ਦਿੱਤਾ ਜਾਵੇ ਉਹ ਵੀ ਆਪਣੇ ਕਿਤੇ ਬਹਿ ਜਾਣ ਵਿਚਾਰੀਆਂ, ਧੱਕੇ ਨਾ ਖਾਣ। ਇਹ ਤੁਸੀਂ ਆਪ ਦੇਖ ਲਓ, ਗੱਲ ਇਹ ਗਲਤ ਆ।